ब्रेक तो बात करना सिलसिला एक बार फिर तो जारी है। पीटीसी के खिलाफ कड़ी साजिश का एक होर बहुत वड्डा सबूत सामने आया। एफआईआर विच मुख मुलजम ने नैंसी घुम्मन के वकील ने वड्डा खुलासा किया है। दस कि पीटीसी के खिलाफ लगातार जो साजिश कड़ी गई उसनूं लैके लगातार सबूत सामने आ रहे हैं। एक होर बहुत वड्डा सबूत सामने आया है। एफआईआर विच मुख मुलजम बनाई गई नैंसी घुम्मन के वकील ने वड्डा खुलासा करदिआं कहा कि नैंसी का पीटीसी नैटवर्क नाल कोई संबंध नहीं है। उसका कहना है कि असी अदालत दे विच भी पीटीसी नैटवर्क नाल कोई संबंध ना होने की दलील दी है। पीटीसी अदारे वालों लगातार नैंसी नाल कोई संबंध ना होने दे सबूत जिहड़े ने वो पेश किए जा रहे सन, लेकिन इसके बावजूद जिहड़ी एक पासर कार्रवाई पुलिस की हुई है। नैंसी घुम्मन नाल कोई भी संबंध साबित करने वाले लई इनाम का पीटीसी अदारे वालों ऐलान भी किया गया सी। नैंसी के वकील ने एफआईआर नूं सोची समझी साजिश दस्सिया। उसने कहा कि बिना किसी सबूत के सिर्फ बदनाम करने के लिए ही यह इल्जाम लगाए गए हैं। नैंसी के वकील ने जड़ा है वो बयान दिता है। एक होर बड़ा सबूत जड़ा सामने आया जो साफ करता है किस तरह साजिश करी गई है पीटीसी के खिलाफ उसको बदनाम करने की खोजी कोशिश की गई है। जिसने कहा है कि नैंसी घुम्मन जो कि मुख मुलजम बनाई गई है उसका पीटीसी अदारे नाल कोई संबंध नहीं है। लंबा समा हो गया पीटीसी नैटवर्क नूं जो है पंजाब और पंजाबीयत की सेवा करदिआं। इस दरम्यान जिहड़ा पीटीसी मिस पंजाबन आ वो लगातार चल रहा है। हुण तक बहुत सारे बच्चे इस विच आए और चले गए, इसका हिस्सा बने। इन बिटवीन एक अजिही कहानी हुंदी है जिस तहत ये कहा जाता है एक लड़की वालों कि कुछ ना कुछ उत्थे गलत हो रहा। वो सारी कहानी उहदे विच नैंसी घुम्मन होरां दा नाम है और होर भी बहुत सारे नाम ने। साडे नाल नैंसी घुम्मन होरां दे वकील ने, उन्हां दे एडवोकेट ने, जिस नैंसी घुम्मन नूं लैके यह जोड़िया जा रहा कि पीटीसी नैटवर्क नाल जुड़े हुए ने। वो असलीयत की है, सच्चाई की है। साडे नाल धरुपविंदर बराड़ ने सीनियर वकील ने गलबात करदे आ। भुपिंदर जी पहलां तां किवें वेखदे हो इस सारे केस नूं, किवें वेखदे हो? लंबा तजर्बा तुहाडा कानूनी लड़ाई दा, किवें वेखदे हो? देखो जी, सारे नालों पहलां तां मैं इस इशू 'ਚ ਇਹ ਗੱਲ ਕਹਿਣੀ ਚਾਹੂੰਗਾ ਵੀ ਜਿਹੜੀਆਂ ਵੀ ਲੜਕੀਆਂ ਇਸ ਕੇਸ ਦੇ ਵਿੱਚ ਇਨਵੋਲਵਡ ਹੈਗੀਆਂ, ਭਲਾ ਉਹ ਅਕਿਊਜ਼ਡ ਨੈਂਸੀ ਘੁੰਮਣ ਹੋਵੇ, ਕੰਪਲੇਨੈਂਟ ਹੋਵੇ, ਹੋਰ ਵੀ ਜਿਹੜੀਆਂ ਲੜਕੀਆਂ ਹੈਗੀਆਂ ਉਹਨਾਂ ਦਾ ਜਿਹੜਾ ਕਰੈਕਟਰ ਅਸੈਸੀਨੇਸ਼ਨ ਹੋ ਰਿਹਾ ਹੈਗਾ ਉਹ ਬੜੀ ਮੰਦਭਾਗੀ ਗੱਲ ਹੈਗੀ ਹੈ। ਵੀ ਤੁਸੀਂ ਇਹ ਦੇਖੋ ਵੀ ਹਜੇ ਕੇਸ ਇਨਵੈਸਟੀਗੇਸ਼ਨ ਸਟੇਜ 'ਤੇ ਹੈ, ਹਜੇ ਕੋਈ ਮਾਣਯੋਗ ਅਦਾਲਤ ਵੱਲੋਂ ਕੋਈ ਫੈਸਲਾ ਨਹੀਂ ਆਇਆ। ਪਹਿਲਾਂ ਹੀ ਪਬਲਿਕ ਡੋਮੇਨ ਦੇ ਵਿੱਚ ਜਿਹੜਾ ਇਹਨਾਂ ਦਾ ਕਰੈਕਟਰ ਅਸੈਸੀਨੇਸ਼ਨ ਹੋ ਰਿਹਾ ਉਹ ਬੜਾ ਮੰਦਭਾਗਾ ਹੈਗਾ। ਹੌਲੀ ਹੌਲੀ ਆਪਾਂ ਦੇਖਾਂਗੇ, ਪੁਲਿਸ ਆਪਦਾ ਕੰਮ ਕਰ ਰਹੀ ਹੈਗੀ ਹੈ, ਇਨਵੈਸਟੀਗੇਟ ਕਰ ਰਹੀ ਹੈ। ਜਿਵੇਂ ਹੌਲੀ ਹੌਲੀ ਪਰਤਾਂ ਖੁੱਲ੍ਹ ਰਹੀਆਂ, ਕੇਸ ਸਾਹਮਣੇ ਆ ਰਹੇ ਆ, ਪਤਾ ਲੱਗ ਰਿਹਾ ਹੈਗਾ। ਤੁਸੀਂ ਇਹ ਦੇਖੋ ਵੀ ਸਾਰਿਆਂ ਨਾਲੋਂ ਪਹਿਲੀ ਗੱਲ ਇਹ ਹੈਗੀ, ਇੱਕ ਲੌਜੀਕਲ ਪੁਆਇੰਟ ਤੋਂ ਆਪਾਂ ਦੇਖਦੇ ਹਾਂ ਵੀ ਇਸ ਐਫਆਈਆਰ ਦੇ ਵਿੱਚ 15 ਤਰੀਕ ਨੂੰ ਜਿਹੜੀ ਕੰਪਲੇਨੈਂਟ ਲੜਕੀ ਆ ਉਹਦੇ ਘਰੇ ਆ ਜਾਂਦੀ ਹੈ ਜੀ। ਉਦੋਂ ਬਾਅਦ ਜਿਹੜੀ ਐਫਆਈਆਰ ਦਰਜ ਹੁੰਦੀ ਹੈ ਉਹ 17 ਤਰੀਕ ਨੂੰ ਹੁੰਦੀ ਹੈਗੀ ਹੈ। 2 ਦਿਨ ਲਈ ਉਹ ਇਹ ਸਾਰਾ ਇਹ ਜਿਹੜਾ ਛੜਯੰਤਰ ਹੈਗਾ, ਮੈਂ ਛੜਯੰਤਰ ਕਹੂੰਗਾ ਇਹਨੂੰ, ਉਹ 2 ਦਿਨ ਦੇ ਵਿੱਚ ਬੁਣਿਆ ਜਾਂਦਾ। ਇੱਕ ਆਫਟਰ ਥਾਟ ਹੈਗਾ, ਮਤਲਬ ਇਹ ਸਾਰੀ ਕਹਾਣੀ ਅਲਟੀਰੀਅਰ ਮੋਟਿਵ ਨਾਲ ਤੇ ਛੜਯੰਤਰ ਦੇ ਥਰੂ ਬਣੀ ਗਈ ਹੈਗੀ ਹੈ। ਇੰਜ ਨੈਂਸੀ ਘੁੰਮਣ ਹੋਰਾਂ ਦਾ ਨਾਮ ਡਾਇਰੈਕਟਲੀ ਪੀਟੀਸੀ ਨੈਟਵਰਕ ਨਾਲ ਜੋੜਿਆ ਜਾ ਰਿਹਾ। ਤੁਸੀਂ ਉਹਨਾਂ ਦੀ ਜ਼ਮਾਨਤ ਵੀ ਲਗਾਈ ਹੈ ਨਾ, ਸਾਰਾ ਕੁਝ। ਤੋ ਕਿਤੇ ਹੈ ਨੈਂਸੀ ਘੁੰਮਣ ਦਾ ਕੋਈ ਪੀਟੀਸੀ ਨਾਲ ਸੰਬੰਧ ਹੈ ਨੈਟਵਰਕ ਨਾਲ? ਐਜ਼ ਸੱਚ ਨੈਂਸੀ ਘੁੰਮਣ ਦਾ ਕੋਈ ਸਿੱਧਾ ਲਿੰਕ ਨਾ ਚੈਨਲ ਨਾਲ ਹੈਗਾ, ਨਾ ਜਿਹੜੇ ਹੋਰ ਇਸ ਕੇਸ ਦੇ ਵਿੱਚ ਅਕਿਊਜ਼ਡ ਹੈਗੇ ਆ ਉਹਨਾਂ ਨਾਲ ਹੈਗਾ। ਸਿੱਧਾ ਲਿੰਕ ਕਿਸੇ ਨਾਲ ਵੀ ਨਹੀਂ ਹੈਗਾ। ਸਾਨੂੰ ਇਹੀ ਸਮਝ ਨਹੀਂ ਆ ਰਹੀ ਵੀ ਕੰਪਲੇਨੈਂਟ ਜਿਹੜੀ ਲੜਕੀ ਹੈ ਉਹ ਕਿਉਂ ਮਤਲਬ ਇਹਨਾਂ ਦੇ ਮਗਰ ਪੈ ਕੇ ਸਾਰਾ ਚੀਜ਼ ਕਰ ਰਹੀ ਹੈਗੀ ਹੈ, ਕਿਉਂ ਇਹ ਚੀਜ਼ ਸਾਰੀ ਸਾਹਮਣੇ। ਤੁਸੀਂ ਇਹ ਦੇਖੋ, ਜੇ ਤੁਸੀਂ ਐਫਆਈਆਰ ਦੇਖੋਗੇ ਤਾਂ 3-4 ਪੇਜਾਂ ਦੀ ਐਫਆਈਆਰ ਹੈਗੀ ਹੈ। ਉਹਦੇ ਵਿੱਚ ਇੱਕ ਇੰਸਟੈਂਸ 'ਤੇ ਤਾਂ ਲੜਕੀ ਕਹਿ ਰਹੀ ਹੈ ਜੀ ਆਹ ਅਕਿਊਜ਼ਡ ਉਹਨਾਂ ਦੇ ਨਾਮ ਦੇਤੇ ਹੈਗੇ 6 ਜਣਿਆਂ ਦੇ। ਉੱਥੇ ਹੀ ਉਹ ਸੈਕਿੰਡ ਇੰਸਟੈਂਸ 'ਤੇ ਕਹਿ ਰਹੀ ਹੈਗੀ ਹੈ ਜੋ ਮੇਰੇ ਸਾਹਮਣੇ ਆਉਣਗੇ ਤਾਂ ਮੈਂ ਉਹਨਾਂ ਨੂੰ ਪਛਾਣ ਲੂੰਗੀ। ਇਹ 2 ਕੌਂਟਰਾਡਿਕਟਰੀ ਸਟੇਟਮੈਂਟਸ ਕਿਉਂ ਵਾਰੀ-ਵਾਰੀ ਸਾਹਮਣੇ ਆ ਰਹੀਆਂ? ਇੱਕ ਪਾਸੇ ਤਾਂ ਤੁਸੀਂ ਕਹਿਤਾ ਵੀ ਅਕਿਊਜ਼ਡ ਆ ਫਲਾਣੇ ਬੰਦੇ ਹੈ ਜੀ, ਦੂਜੇ ਇੰਸਟੈਂਸ 'ਤੇ ਤੁਸੀਂ ਕਹਿ ਰਹੇ ਹੋ ਵੀ ਜੇ ਮੇਰੇ ਸਾਹਮਣੇ ਆਉਣਗੇ ਤਾਂ ਮੈਂ ਪਛਾਣ ਲੂੰਗੀ। ਇਹਨਾਂ ਸਾਰੀਆਂ ਚੀਜ਼ਾਂ ਤੋਂ ਪਤਾ ਲੱਗਦਾ ਹੈਗਾ ਵੀ ਇਹ ਕਿਸੇ ਗਲਤ ਮੋਟਿਵ ਦੇ ਅਧੀਨ ਇਹ ਸਾਰਾ ਪਰਚਾ ਕਰਵਾਇਆ ਗਿਆ ਹੈਗਾ। ਤੁਹਾਨੂੰ ਇੰਜ ਨਹੀਂ ਲੱਗਦਾ ਗਾ ਕਿ ਨੈਂਸੀ ਘੁੰਮਣ ਹੋਰਾਂ ਦਾ ਡਾਇਰੈਕਟਲੀ ਕੋਈ ਸੰਬੰਧ ਨਹੀਂ? ਤੁਸੀਂ ਕਹਿੰਦੇ ਹੋ ਕਿ ਪੀਟੀਸੀ ਨੈਟਵਰਕ ਨਾਲ ਉਹਨਾਂ ਦਾ ਕੋਈ ਡਾਇਰੈਕਟਲੀ ਸੰਬੰਧ ਨਹੀਂ, ਫਿਰ ਉਹਨਾਂ ਦਾ ਨਾਮ ਪੀਟੀਸੀ ਨੈਟਵਰਕ ਨਾਲ ਜੋੜਿਆ ਕਿਉਂ ਜਾ ਰਿਹਾ ਹੈਗਾ? ਦੇਖੋ ਜੀ, ਹੁਣ ਇਹ ਗੱਲ ਤਾਂ ਜਾਂ ਤਾਂ ਜਿਨ੍ਹਾਂ ਨੇ ਕੰਪਲੇਂਟ ਕੀਤੀ ਹੈ
ਜਾਂ ਲੜਕੀ ਜਿਨ੍ਹਾਂ ਨੂੰ ਇਹ ਲੱਗਦਾ ਹੈਗਾ ਉਹ ਦੱਸ ਸਕਦੇ ਆ। ਜਿਵੇਂ ਹੁਣ ਸਾਰੀ ਚੀਜ਼ ਸਾਹਮਣੇ ਆ ਰਹੀ ਹੈ ਹੌਲੀ ਹੌਲੀ, CCTV ਜਿਵੇਂ ਫੁਟੇਜ ਸਾਹਮਣੇ ਆਈ ਹੈ, ਮੈਂ ਕੱਲ੍ਹ ਪਰਸੋਂ TV ਤੇ ਦੇਖ ਰਿਹਾ ਸੀ, ਉਹ 'ਚ ਉਹੀ ਗੱਲਾਂ ਜਿਹੜੀਆਂ ਮੈਂ ਪਹਿਲੇ ਇੰਟਰਵਿਊ ਚੱਕੀਆਂ ਸੀਗੀਆਂ ਵੀ ਜੇ ਲੜਕੀ ਇਹ ਥ੍ਰੈਟਨਡ ਫੀਲ ਕਰ ਰਹੀ ਸੀ ਜਾਂ ਇਹਨਾਂ ਨੂੰ ਲੱਗ ਰਿਹਾ ਸੀ ਵੀ ਸਮਬਡੀ ਇਜ਼ ਹੋਲਡਿੰਗ ਹਰ ਅਗੇਂਸਟ ਹਰ ਵਿਲ, ਉਹ ਕਿਸੇ ਵੀ ਟਾਈਮ ਤੇ ਫੋਨ ਉਹਨਾਂ ਦੇ ਕੋਲੇ ਦਿਖਾਇਆ ਹੈ, ਉਹ ਐਪ ਖੋਲ ਰਹੇ ਹੈਗੇ ਆ, ਕਿਸੇ ਵੀ ਟਾਈਮ ਤੇ ਉਹ ਪੁਲਿਸ ਨੂੰ ਅਪਰੋਚ ਕਰ ਸਕਦੇ ਸੀਗੇ। ਕਿਉਂ ਉਹਨਾਂ ਨੇ ਪਹਿਲਾਂ ਮਾਣਯੋਗ ਹਾਈ ਕੋਰਟ ਅਦਾਲਤ ਦੇ ਵਿੱਚ ਰਿਟ ਪਾ ਕੇ ਵਾਰੰਟ ਆਫਿਸਰ ਉੱਥੇ ਲਿਆਂਦੇ, ਪੁਲਿਸ ਲੈ ਕੇ ਆਏ, ਤਾਂ ਉਹ ਇਹ ਚੀਜ਼ ਕਿਉਂ ਉਹਨਾਂ ਨੇ ਕੰਨ ਪੁੱਠਾ ਕਿਉਂ ਫੜਿਆ? ਉਹੀ ਗੱਲ ਦੁਬਾਰੇ ਮੈਂ ਕਹਿੰਦਾ ਵੀ ਉਹ ਸਿੱਧਾ ਪੁਲਿਸ ਨੂੰ ਫੋਨ ਕਰਦੇ। ਜੇ ਉਹਨਾਂ ਨੂੰ ਲੱਗ ਰਿਹਾ ਸੀ ਵੀ ਮੈਨੂੰ ਕਿਸੇ ਨੇ ਫੜਿਆ ਹੋਇਆ, ਜਾ ਕੇ ਥਾਣੇ 'ਚ ਫੋਨ ਕਰਦੇ, ਵਿਮਨ ਹੈਲਪਲਾਈਨ 'ਤੇ ਫੋਨ ਕਰਦੇ। ਇਹ ਇੱਕ ਗੱਲ ਹੋਰ, ਜ਼ਮਾਨਤ ਜਿਹੜੀ ਹੈਗੀ ਆ ਉਹ ਅਗਾਊਂ ਜਿਹੜੀ ਤੁਸੀਂ ਲਗਾਈ ਸੀ ਖਾਰਜ ਹੋ ਗਈ ਆ, ਹਾਈ ਕੋਰਟ ਵੱਲ ਰੁਖ ਕਰ ਰਹੇ ਹੋ ਜਾਂ ਕੀ ਹੈਗਾ ਅੱਗੇ ਦਾ? ਦੇਖੋ ਜੀ 1/4/2022 ਨੂੰ ਮਾਣਯੋਗ ਮੋਹਾਲੀ ਕੋਰਟ ਦੇ ਵਿੱਚ ਸਾਡੀ ਐਂਟੀਸਪੇਟਰੀ ਬੇਲ ਡਿਸਮਿਸ ਹੋ ਗਈ ਹੈ। ਹੁਣ ਅਸੀਂ ਮਾਣਯੋਗ ਹਾਈ ਕੋਰਟ ਦਾ ਰੁਖ ਕਰ ਰਹੇ ਹੈਗੇ ਹਾਂ। ਛੇਤੀ ਤੋਂ ਛੇਤੀ ਅਸੀਂ ਉੱਥੇ ਬੇਲ ਲਾਵਾਂਗੇ ਅਤੇ ਐਂਟੀਸਪੇਟਰੀ ਬੇਲ ਲਈ ਅਪਰੋਚ ਕਰਾਂਗੇ ਮਾਣਯੋਗ ਅਦਾਲਤ ਨੂੰ। ਉਹ ਸਿੱਧੇ ਪੁਲਿਸ ਅੱਗੇ ਪੇਸ਼ ਹੋਣ ਦਾ ਨੈਂਸੀ ਘੁੰਮਣ ਹੋਰਾਂ ਦਾ ਜਾਂ ਕਿਉਂ ਨਹੀਂ ਹੋ ਰਹੇ, ਜਾਂ ਕੀ ਤੁਸੀਂ ਸੋਚ ਰਹੇ ਹੈਗੇ? ਅਸੀਂ ਵੀ ਚਾਹੁੰਦੇ ਹਾਂ ਵੀ ਇਹ ਛੜਯੰਤਰ ਦੇ ਪਿੱਛੇ ਕੌਣ ਹੈ, ਕੌਣ ਇਹ ਸਾਰਾ ਛੜਯੰਤਰ ਰਚ ਰਿਹਾ, ਕਿਹੜੇ ਲੋਕ ਇਨਵੋਲਵਡ ਹੈਗੇ ਆ, ਕਿਹੜੀਆਂ ਗੱਲਾਂ ਕਾਰਨ ਇਹ ਸਾਰਾ ਕੇਸ ਹੋਇਆ ਹੈਗਾ। ਅਸੀਂ ਖੁਦ ਚਾਹੁੰਦੇ ਹਾਂ ਵੀ ਇਹ ਚੀਜ਼ਾਂ ਸਾਹਮਣੇ ਆਉਣ, ਅਨਰਥ ਹੋਵੇ। ਅਸੀਂ ਹਰੇਕ ਤਰ੍ਹਾਂ ਨਾਲ ਕੋਆਪਰੇਟ ਕਰਨ ਨੂੰ ਤਿਆਰ ਹਾਂ। ਮੈਂ ਅੱਗੇ ਵੀ ਕਿਹਾ ਹੈਗਾ ਵੀ ਅਸੀਂ ਪੁਲਿਸ ਨਾਲ, ਮਾਣਯੋਗ ਅਦਾਲਤ ਨਾਲ, ਹਰੇਕ ਹਿਸਾਬ ਨਾਲ ਅਸੀਂ ਕੋਆਪਰੇਟ ਕਰ ਰਹੇ ਹੈਗੇ ਹਾਂ। ਅਸੀਂ ਆਪਦੀ ਐਂਟੀਸਪੇਟਰੀ ਬੇਲ, ਸਾਨੂੰ ਇੰਟਰਮ ਰਿਲੀਫ ਮਿਲ ਜੇ, ਸਾਨੂੰ ਆਪਣਾ ਅਰੈਸਟ ਮਿਲ ਜੇ, ਕਿਸੇ ਹਿਸਾਬ ਦੀ ਸਾਨੂੰ ਮਿਲ ਜੇ, ਗਰਾਊ ਜ਼ਮਾਨਤ ਮਿਲ ਜੇ, ਉਦੋਂ ਬਾਅਦ ਅਸੀਂ ਹਰੇਕ ਤਰ੍ਹਾਂ ਦੀ ਸਟੇਟਮੈਂਟ ਦੇਣ ਨੂੰ ਤਿਆਰ ਹੈ, ਹਰੇਕ ਤਰ੍ਹਾਂ ਦੀ ਸਟੇਟਮੈਂਟ ਦਰਜ ਕਰਾਉਣ ਨੂੰ ਤਿਆਰ ਹੈ, ਕਿਤੇ ਪੇਸ਼ ਹੋਣ ਨੂੰ ਤਿਆਰ ਹੈ। ਲਾਸਟ ਗੱਲ, ਲੰਬਾ ਤਜਰਬਾ ਤੁਹਾਡਾ ਕਾਨੂੰਨੀ ਲੜਾਈਆਂ ਦਾ, ਕੀ ਲੱਗਦਾ ਹੈਗਾ 24 ਦੇ ਵਿੱਚੋਂ 23 ਕੁੜੀਆਂ ਕਹਿ ਰਹੀਆਂ ਹੈਗੀਆਂ ਕਿ ਉਹ ਕੁਛ ਉਹੋ ਜਿਹਾ ਹੈ ਨਹੀਂ, CCTV ਫੁਟੇਜ ਸਾਹਮਣੇ ਨੇ, ਹੈ ਨਾ, ਉਹ ਸਿੱਟ ਨੂੰ ਵੀ ਉਹ ਦਿੱਤੀਆਂ ਗਈਆਂ, ਉਹ ਸਾਰਾ ਕੁਛ ਉਹ PTC ਨੈਟਵਰਕ ਨੇ ਕੀਤਾ। ਤੁਹਾਨੂੰ ਕੀ ਲੱਗਦਾ ਹੈਗਾ, ਲਾਸਟ ਗੱਲ, ਕਿਵੇਂ ਲੱਗਦਾ ਹੈਗਾ ਕਿ ਜਦੋਂ 24 ਚੋਂ 23 ਕੁੜੀਆਂ ਇਹ ਗੱਲ ਕਹਿ ਰਹੀਆਂ ਨੇ ਕਿ ਕੁਛ ਇਹੋ ਜਿਹਾ ਨਹੀਂ, ਫਿਰ ਉਹ ਸਾਰੇ ਨੇਮ ਜਿਹੜੇ ਨੇ ਉਹ ਪਾ ਦਿੱਤੇ ਜਾਂਦੇ ਨੇ ਉਹ ਵਿੱਚ? ਦੇਖੋ ਜੀ, ਮਾਣਯੋਗ ਮੋਹਾਲੀ ਕੋਰਟ ਦੇ ਵਿੱਚ ਵੀ ਮੈਂ ਇਹੀ ਗੱਲ ਚੱਕੀ ਸੀ ਸਾਰਿਆਂ ਨਾਲੋਂ ਪਹਿਲਾਂ ਵੀ ਇਸ FIR ਦੇ ਵਿੱਚ ਵਾਰੀ-ਵਾਰੀ ਸਾਨੂੰ ਸ਼ਬਦ ਦਾ ਇਸਤੇਮਾਲ ਹੋ ਰਿਹਾ ਹੈਗਾ। ਹੋਰ ਕੋਈ ਕੰਪਲੇਨੈਂਟ ਜਾਂ ਹੋਰ ਕੋਈ ਲੜਕੀ ਤਾਂ ਸਾਹਮਣੇ ਆਈ ਨਹੀਂ ਹੈਗੀ, ਸਿਰਫ ਇੱਕੋ ਕੰਪਲੇਨੈਂਟ ਹੈਗੀ ਹੈ ਜਿਹੜੇ ਵਾਰੀ-ਵਾਰੀ ਕਰ ਰਹੇ ਹੈ। ਅਤੇ ਜੇ ਆਪਾਂ FIR ਦੇਖਾਂਗੇ, ਹਰੇਕ ਦੁਨੀਆ ਜਹਾਨ ਦਾ ਐਲੀਗੇਸ਼ਨ ਇਹਨਾਂ ਨੇ ਲਾਤਾ ਹੈਗਾ। ਇਹ ਨਸ਼ੇ ਕਰਦੇ ਹੈ ਜੀ, ਇਹ ਸੈਕਸ਼ੁਅਲ ਐਕਟੀਵਿਟੀਜ਼ 'ਚ ਫੋਰਸ ਕਰਦੇ ਆ ਲੜਕੀਆਂ ਨੂੰ, ਇਹ ਨਸ਼ੇ ਵੇਚਦੇ ਹੈ, ਇਹ ਮੈਂ ਬਰੋਡਕਾਸਟਿੰਗ ਮਿਨਿਸਟਰੀ ਦੇ ਵਿੱਚ ਚੈੱਕ ਕੀਤਾ, ਇਹਨਾਂ ਦੇ ਕੋਲੇ ਵੈਲਿਡ ਲਾਇਸੈਂਸ ਨਹੀਂ ਹੈਗਾ। ਹਰੇਕ ਦੁਨੀਆ ਜਹਾਨ ਦਾ ਐਲੀਗੇਸ਼ਨ ਲਾਇਆ, ਪਰ ਉਹ ਐਲੀਗੇਸ਼ਨ ਵਿਦਾਊਟ ਐਵੀਡੈਂਸ ਹੈ। ਜਿਹੜੀ ਮੇਨ ਗੱਲ ਹੈ, ਵੇਗ ਐਲੀਗੇਸ਼ਨ ਹੈਗੇ ਹੈ, ਕੋਈ ਸਪੈਸੀਫਿਕ ਨਹੀਂ ਗੱਲ ਹੈਗੀ ਕੋਈ ਰੱਖੀ ਗਈ ਹੈਗੀ ਹੈ। ਸਿਰਫ ਡਿਫੇਮ ਕਰਨ ਨੂੰ, ਅਕਿਊਜ਼ਡ ਨੂੰ, ਬਾਕੀਆਂ ਨੂੰ ਡੀਫੇਮ ਕਰਨ ਨੂੰ ਇਹ ਸਾਰਾ ਕੇਸ ਹੋਇਆ ਹੈਗਾ। ਅਤੇ ਮਤਲਬ ਮੈਨੂੰ ਇਹ ਨਹੀਂ ਸਮਝ ਆ ਰਹੀ ਵੀ ਇਹ ਇਹੋ ਜਿਹੇ ਇਲਜ਼ਾਮ ਲਾ ਕਿਉਂ ਰਹੇ ਹੈਗੇ ਹੈ, ਕਿਸ ਬਣਾ 'ਤੇ ਲਾ ਰਹੇ ਹੈ? ਕਿਉਂਕਿ ਕੁਛ ਵੀ ਸਾਹਮਣੇ ਕੋਈ ਐਵੀਡੈਂਸ, ਕੋਈ ਕਿਸੇ ਤਰ੍ਹਾਂ ਦਾ ਪ੍ਰੂਫ, ਜੇ ਆਪਾਂ ਕੋਈ ਐਲੀਗੇਸ਼ਨ ਲਾਉਣੇ ਹੈ ਤਾਂ ਕਿਸੇ ਤਰ੍ਹਾਂ ਦਾ ਪ੍ਰੂਫ ਸਾਹਮਣੇ ਦਿੰਨੇ ਹੈ, ਕੋਈ ਐਵੀਡੈਂਸ ਦਿੰਨੇ ਹੈਗੇ, ਉਹ ਜੀ ਚੀਜ਼ ਕੋਈ ਸਾਹਮਣੇ ਹੀ ਨਹੀਂ ਹੈਗੀ। ਲੱਗਦਾ ਹੈਗਾ ਬਰਾੜ ਸਾਹਿਬ ਕਿਤੇ ਨਾ ਕਿਤੇ ਜਿਹੜਾ ਹੈਗਾ ਕਾਨੂੰਨੀ ਲੜਾਈ, ਕਿਉਂਕਿ ਕਾਨੂੰਨ 'ਤੇ ਸਾਰਿਆਂ ਨੂੰ ਵਿਸ਼ਵਾਸ ਹੈ, ਕਾਨੂੰਨੀ ਲੜਾਈ 'ਚ ਇਹ ਸਾਰਾ ਸ਼ਯੰਤਰ ਜਿਹੜਾ ਹੈਗਾ ਆਪਾਂ ਉਹ ਅੱਗੇ ਰੱਖ ਸਕਾਂਗੇ, ਕੀ ਹੈ, ਕਿਵੇਂ ਆ ਆਉਣ ਵਾਲੇ ਸਮੇਂ ਦੇ ਵਿੱਚ? ਦੇਖੋ ਜੀ, ਆਪਣਾ ਕੰਮ ਹੈਗਾ ਮਾਣਯੋਗ ਅਦਾਲਤਾਂ ਨੂੰ ਅਪਰੋਚ ਕਰਨਾ, ਸਹੀ ਤਰੀਕੇ ਨਾਲ ਇਨਵੈਸਟੀਗੇਸ਼ਨ ਦੇ ਵਿੱਚ ਹੈਲਪ ਕਰਨੀ। ਅਸੀਂ ਉਹ ਹਰੇਕ ਕੋਸ਼ਿਸ਼ ਕਰਾਂਗੇ ਜਿਹਦੇ ਵਿੱਚ ਛੜਯੰਤਰ ਜਿਹੜਾ ਹੈਗਾ ਅਨਅਰਥ ਹੋ ਸਕੇ, ਸਹੀ ਸਾਹਮਣੇ ਆ ਸਕੇ ਵੀ ਅਸਲ ਦੇ ਵਿੱਚ ਸਾਰਾ ਕੇਸ ਹੋਇਆ ਕਿਉਂ ਹੈ, ਕੌਣ ਇਹ ਸਾਰੀ ਸਾਜ਼ਿਸ਼ ਦੇ ਪਿੱਛੇ। ਜੇ ਲੜਕੀ ਨੂੰ ਕਿਸੇ ਨੇ ਗਮਰਾਹ ਕੀਤਾ ਹੈ ਜਾਂ ਕਿਸੇ ਨੇ ਕੁਛ ਕਿਹਾ ਜਾਂ ਕਿਸੇ ਦਾ ਵੀ ਪਿੱਛੇ ਕੋਈ ਲੈਣਾ ਦੇਣਾ ਹੈ, ਤਾਂ ਉਹ ਸਾਰਾ ਸਾਹਮਣੇ ਆਵੇ ਵੀ ਇਹ ਕਿਹਨਾਂ ਦੇ ਕਹਿਣ 'ਤੇ ਸਾਰੀ ਗੱਲ ਹੋਈ ਹੈ, ਅਤੇ ਸਾਰਾ ਛੜਯੰਤਰ ਪਰਦਾਫਾਸ਼ ਹੋਵੇ ਸਾਰੀ ਚੀਜ਼ ਦਾ। ਇਹ ਅਸੀਂ ਵੀ ਚਾਹੁੰਦੇ ਹਾਂ। ਸੋ ਇਹ ਸਨ ਸੀਨੀਅਰ ਵਕੀਲ ਬਰਾੜ ਸਾਹਿਬ, ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਉਹ ਕੋਸ਼ਿਸ਼ ਉਹਨਾਂ ਦੀ ਪੂਰੀ ਹੈਗੀ ਆ, ਔਰ ਉਹ ਹਰ ਤਰ੍ਹਾਂ ਦਾ ਸਾਥ, ਚਾਹੇ ਉਹ ਇਨਵੈਸਟੀਗੇਸ਼ਨ ਟੀਮਾਂ ਨੇ, ਚਾਹੇ ਉਹ ਅੱਗੇ ਜਾ ਕੇ ਦੇਣ ਦੀ ਲੋੜ ਪਵੇ, ਉਹ ਸਾਰਾ ਸਾਥ ਦੇਣ ਨੂੰ ਤਿਆਰ ਆ, ਔਰ ਉਹ ਚਾਹੁੰਦੇ ਨੇ ਕਿ ਸਾਰੀ ਸੱਚਾਈ ਜਿਹੜੀ ਹੈ ਇਹਦੀ ਜੋ ਵੀ ਹੈ ਉਹ ਸਾਹਮਣੇ ਆਵੇ। PTC ਨਿਊਜ਼ ਲਈ ਕੁਲਦੀਪ ਸਿੰਘ ਰੇਨੀ।